महला पहला। अध्यात्म कर्म करे दिन राती, निर्मल ज्योत निरंतर जाति। अध्यात्म कर्म करे दिन राती, निर्मल ज्योत निरंतर जाति। शब्द रसाल रसन रस रसना, बेण रसाल वजाया। बेण रसाल बजावै सोई, जाकी त्रिभुवन सोजी होई। नानक बूझो ए बिद गुरमत, हर राम नाम लिव लाया। बेण रसाल बजावे सोई, जाकी त्रिभुवन सोजी होई। नानक बूझो ए बिद गुरमत, हर राम नाम लिव लाया। वाहिगुरु जी का खालसा, वाहिगुरु जी की फतेह। परम सन्मानयोग जुगो जुग अटल श्री गुरु ग्रंथ साहब जी की पावन पवित्र हजूरी विच विराजमान बहुत ही आदरणीय साध संगत जी, वडभागे हो जो अमृत वेले की साम संभाल करदियां होयां नींदर आलस आदि दा तर्क त्याग करके उद्यमी बनदियां होयां गुरु चरनां विच पहुँच के आप जी ने गुरु सवारियां तो गुरबाणी दे मनोर कीर्तन सरवण करके सो लाहे प्राप्त कीते हन। महाराज सारियां दी सेवा काल थाए पाउण, सबनां नूं दरों घरों नामदान गुरसिੱਖੀ जीवन अपने पवित्र चरण कमलों की प्रीत प्रतीत बाणी पढ़न सुनन कंठ करन दा भी महाराज चाह बख्शिश करन। सो उपरंत लड़ीवार श्री गुरु ग्रंथ साहब जी के बचनों की कथा विचार अधीन पहले पातशाह श्री गुरु नानक देव महाराज जी के मारू सोलहे महला पहला दे सरलेख हेठ जो बचन सरवण कीते हैं, ये पावन बचन श्री गुरु ग्रंथ साहब जी के पावन पन्ना 1039 ते दर्ज हैं। बीते कल असी विचार कीती सी कि किस प्रकार ये पंजां तत्तां दा जो शरीर वाहिगुरू ने आप बनाया है,
ਸਾਨੂੰ ਇੱਕ ਗਿਫਟ ਦਿੱਤੀ ਹੈ। ਜਿਵੇਂ ਕੋਈ ਸੰਪੰਨ ਬਾਪ ਆਪਣੇ ਨੌਜਵਾਨ ਪੁੱਤਰ ਨੂੰ ਕੋਈ ਬੰਗਲੋ, ਕੋਈ ਕੋਠੀ ਗਿਫਟ ਕਰਦਾ ਹੈ, ਇਸ ਤਰ੍ਹਾਂ ਨਿਰੰਕਾਰ ਨੇ ਸਰੀਰ ਰੂਪੀ ਕੋਠੀ ਸਾਨੂੰ ਗਿਫਟ ਕੀਤੀ ਹੈ। 5 ਤੱਤਾਂ ਦੀ ਤੇ 6ਵਾਂ ਮਨ। ਖਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ। ਖਟ ਨੇਮ 5 ਤੱਤ ਤੇ 6ਵਾਂ ਮਨ। ਫਿਰ ਸਿਆਣਾ ਬਾਪ ਉਹਦੇ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਮੇਨ ਗੇਟ ਨੂੰ ਲੌਕ ਲਾ ਕੇ ਛੱਲੇ ਵਿੱਚ ਚਾਬੀ ਪਾ ਕੇ ਪੁੱਤਰ ਨੂੰ ਗਿਫਟ ਕਰਦਾ ਹੈ। ਇਸ ਤਰ੍ਹਾਂ ਵਾਹਿਗੁਰੂ ਨੇ ਸਾਡੇ ਸਰੀਰ ਰੂਪੀ ਬੰਗਲੇ ਨੂੰ, ਕੋਠੇ ਨੂੰ ਬਾਕਾਇਦਾ ਲੌਕ ਲਾਇਆ, ਤਾਲਾ ਲਗਾਇਆ, ਤੇ ਜਿਹੜਾ ਜੰਦਰਾ ਤੇ ਕੁੰਜੀ ਬਣਾਏ ਉਹ ਪ੍ਰਾਣਾਂ ਦੇ ਬਣਾ ਦਿੱਤੇ। ਕੁੰਜੀ ਕੁਲਫ, ਜੰਦਰਾ ਤੇ ਕੁੰਜੀ, ਤਾਲਾ ਤੇ ਚਾਬੀ, ਲੌਕ ਤੇ ਕੀ। ਕੁੰਜੀ ਕੁਲਫ ਪ੍ਰਾਣ ਕਰ ਰੱਖੇ, ਪ੍ਰਾਣਾਂ ਦਾ ਹੀ ਜੰਦਰਾ, ਪ੍ਰਾਣਾਂ ਦੀ ਹੀ ਕੁੰਜੀ। ਕਰਤੇ ਬਾਰ ਨਾ ਲਾਈ, ਔਰ ਇਹ ਸਭ ਕਰਨ ਲੱਗਿਆਂ ਕੋਈ ਬਹੁਤ ਦੇਰ ਵੀ ਨਹੀਂ ਲਗਾਈ। ਜਿਵੇਂ ਸਿਆਣਾ ਬਾਪ ਆਪਣੀ ਜ਼ਿੰਦਗੀ ਦਾ ਸਾਰਾ ਸਰਮਾਇਆ ਖਰਚ ਕੇ ਬੱਚੇ ਨੂੰ ਗਿਫਟ ਦਿੰਦਾ ਹੈ ਤੇ ਕਹਿੰਦਾ ਲੈ ਪੁੱਤਰ ਹੁਣ ਇਹਦਾ ਧਿਆਨ ਵੀ ਰੱਖੀ, ਇਸ ਤਰ੍ਹਾਂ ਫਿਰ ਵਾਹਿਗੁਰੂ ਨੇ ਬੇਸ਼ਕੀਮਤੀ ਸਾਨੂੰ ਸਰੀਰ ਦਿੱਤਾ ਪ੍ਰੇਮੀਓ, ਤੇ ਨਾਲ ਹੁਕਮ ਕੀਤਾ ਅਬ ਮਨ ਜਾਗਤ ਰਹੋ ਰੇ ਭਾਈ। ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੂਸੈ ਕਰ ਆਈ। ਲੈ ਪੁੱਤਰ ਤੈਨੂੰ ਬੰਗਲਾ ਦੇ ਦਿੱਤਾ, ਇਹਦੇ ਵਿੱਚ ਫਰਨੀਚਰ ਵੀ ਹੈ, ਤੇਰੇ ਕਿਚਨ ਵਿੱਚ ਕਰੋਕਰੀ ਵੀ ਪਈ ਹੋਈ ਹੈ, ਗਰੋਸਰੀ ਵੀ ਪਈ ਹੋਈ ਹੈ, ਉਹਦੇ 'ਚ ਜਿਹੜੀ ਤਜ਼ੋਰੀ ਬਣਾਈ ਹੈ ਉੱਥੇ ਕੁਝ ਤੇਰੇ ਖਰਚ ਲਈ ਨਗਦੀ ਵੀ ਰੱਖ ਦਿੱਤਾ ਹੈ, ਪਰ ਹੁਣ ਗੌਰ ਤੇ ਤੂੰ ਕਰਨਾ ਨਾ ਗੌਰ ਕਰੇਂਗਾ ਤੇ ਚੋਰ ਲੈ ਜਾਣਗੇ। ਇਸ ਤਰ੍ਹਾਂ ਫਿਰ ਵਾਹਿਗੁਰੂ ਨੇ ਸਾਡੇ ਅੰਦਰ ਨਾਮ ਪਾ ਕੇ, ਸਾਡੇ ਅੰਦਰ ਪ੍ਰੇਮੀਓ ਸ਼ੁਭ ਗੁਣਾਂ ਦੀ ਦਾਤ ਪਾ ਕੇ ਕਿਹਾ ਵੀ ਆਪ ਮਨ ਜਾਗਤ ਰਹੋ ਰੇ ਭਾਈ। ਭਾਈ ਜਾਗਦਾ ਵੀ ਰਵੀਂ, ਇਹ ਸਰੀਰ ਰੂਪੀ ਕੋਠੀ ਦੀ ਰਾਖੀ ਆਪ ਕਰੀਂ। ਗਾਫਲ ਹੋਏ ਕਹਿ ਜਨਮ ਗਵਾਇਓ, ਚੋਰ ਮੂਸੈ ਕਰ ਆਈ। ਜੇ ਤੂੰ ਗਾਫਲ ਹੋ ਗਿਆ, ਅਵੇਸਲਾ ਹੋ ਗਿਆ, ਤੇ ਜਿਵੇਂ ਬਹਿਰੂਨੀ ਤੌਰ ਤੇ ਚੋਰ ਤਸਕਰ ਘਰਾਂ ਨੂੰ ਲੁੱਟ ਲੈਂਦੇ ਨੇ, ਇਸ ਤਰ੍ਹਾਂ ਅੰਦਰੂਨੀ ਤੌਰ ਤੇ ਵਿਸ਼ੇ ਵਿਕਾਰ ਤੇਰੇ ਸਰੀਰ ਚੋਂ ਨਾਮ ਰਾਸ ਪੂੰਜੀ ਸ਼ੁਭ ਗੁਣਾਂ ਨੂੰ ਲੁੱਟ ਲੈਣਗੇ। ਆਖਣ ਲੱਗਾ ਮਹਾਰਾਜ ਇਹ 5 ਪਹਿਰੇਦਾਰ ਫਿਰ ਕਾਹਦੇ ਲਈ ਨੇ? ਕੰਨ, ਅੱਖ, ਨਾਸਕਾ, ਰਸਨਾ ਤੇ ਤਵਚਾ, ਇਹ 5 ਨੇ। ਤੇ ਮਹਾਰਾਜ ਆਖਣ ਲੱਗੇ ਪੁੱਤਰ ਕਦੀ ਕਦੀ ਪਹਿਰੇਦਾਰ ਤੇ ਚੋਰ ਆਪੇ ਚ ਰਲ ਵੀ ਜਾਂਦੇ ਨਹੀਂ, ਇਸ ਲਈ ਪਹਿਰੇਦਾਰਾਂ ਤੇ ਵੀ ਨਿਗਾਹ ਰੱਖਣੀ ਚਾਹੀਦੀ ਹੈ। ਇਹਨਾਂ ਗਿਆਨ ਇੰਦਰੀਆਂ ਤੇ ਵੀ ਤੂੰ ਨਿਗਾਹ ਰੱਖਣੀ ਹੈ, ਅੱਖਾਂ ਤੇ ਵੀ ਨਿਗਾਹ ਰੱਖਣੀ ਹੈ, ਕਿਤੇ ਕਾਮ ਨਾਲ ਮਿਲੀ ਭੁਗਤ ਨਾ ਹੋ ਜਾਏ ਇਹਨਾਂ ਦੀ। ਇਹਨਾਂ ਕੰਨਾਂ ਦੀ ਕਈ ਵਾਰ ਨਿੰਦਾ ਨਾਲ ਮਿਲੀ ਭੁਗਤ ਹੋ ਜਾਂਦੀ ਹੈ, ਖਿਆਲ ਰੱਖਣਾ। ਪੰਚ ਪਹਿਰੂਆ ਦਰ ਮੈਂ ਰਹਤੇ, 3 ਕਾ ਨਹੀਂ ਪਤਿਆਰਾ। ਇਹਨਾਂ ਦਾ ਵਿਸ਼ਵਾਸ ਨਾ ਕਰੀ, ਪਹਿਰੇ ਤੇ ਲਾਣਾ ਹੈ, ਇਹਨਾਂ ਦੀ ਸੈਲਰੀ ਵੀ ਇਹਨਾਂ ਨੂੰ ਦੇਣੀ ਹੈ, ਪਰ ਇਹਨਾਂ ਨੂੰ ਕੇਅਰ ਕਰਦੇ ਰਹਿਣਾ ਹੈ। ਕਿਉਂਕਿ ਜੇ ਰਕਸ਼ਕ ਹੀ ਪਕਸ਼ਕ ਹੋ ਜਾਏ ਤੇ ਫਿਰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਇਹ ਗਿਆਨ ਇੰਦਰੇ ਸਾਡੇ ਰਕਸ਼ਕ ਨੇ, ਜੇ ਇਹ ਬਹਿਕ ਜਾਣ ਤੇ ਫਿਰ ਇਹ ਜ਼ਿਆਦਾ ਨੁਕਸਾਨ ਕਰਾਉਂਦੇ ਨੇ। ਪੰਚ ਪਹਿਰੂਆ ਦਰ ਮੈਂ ਰਹਤੇ, 3 ਕਾ ਨਹੀਂ ਪਤਿਆਰਾ। ਚੇਤ ਸੁਚੇਤ ਹੋਏ ਰੋ ਤੌਲੇ ਪ੍ਰਗਾਸ ਉਜਿਆਰਾ। ਤੂੰ ਸੁਚੇਤ ਹੋ ਕੇ ਅੰਦਰ ਰਹਿਣਾ, ਫਿਰ ਅੰਦਰ ਚਾਨਣ ਹੋਵੇਗਾ ਗਿਆਨ ਦਾ। ਤੈਨੂੰ ਇਹ ਸਮਝ ਆਵੇਗੀ ਮੈਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਫਿਰ ਅਵੇਅਰਨੈਸ ਕੀਤਾ ਕਿ 9 ਘਰ ਦੇਖ ਜੋ ਕਾਮਣ ਭੂਲੀ। ਜਿਹੜਾ ਇਹਨਾਂ ਨਵਾਂ ਘਰਾਂ ਵਿੱਚ ਖਚਤ ਹੋ ਗਿਆ, 2 ਕੰਨ, 2 ਅੱਖਾਂ, 4
ਨਾਸਕਾ, फिर रसना, फिर गुद्दा, गुप्तांग, जिन्हों कहते हो 9 द्वारे प्रगट किए। ये जिहड़े प्रगट 9 द्वारे ने, इन्हां दे रसां कसां च जिहड़ा पै गया वो 10वें द्वार तक नहीं पहुँच सकता। 9 घर देख जो कामन भूली, बस्त अनूप ना पाई। ਉਹਨੂੰ ਨਾਮ ਰੂਪੀ ਅਨੁਪਮ ਵਸਤੂ ਪਦਾਰਥ ਪ੍ਰਾਪਤ ਨਹੀਂ ਹੋਵੇਗਾ। ਕਹੋ ਕਬੀਰ ਨਵੇਂ ਘਰ ਮੂਸੇ, 10ਵੇਂ ਤੱਤ ਸਮਾਈ। 10ਵਾਂ ਉੱਪਰ ਹੈ, 9 ਥੱਲੇ ਨੇ। ਉੱਥੇ ਬਣਾਉਂਦੇ ਹੋ ਨਾ ਬੜੀਆਂ ਵੱਡੀਆਂ ਵੱਡੀਆਂ ਕੋਠੀਆਂ ਇੰਡੀਆ ਵਿੱਚ, ਫਿਰ ਉਹ ਉੱਤੇ ਜਾ ਕੇ ਟੈਂਕੀ ਨੂੰ ਟੰਗ ਦਿੰਦੇ ਹੋ, ਬੋਰ ਵੀ ਲਵਾ ਲੈਂਦੇ ਹੋ, ਆਪਣਾ ਸਮਰਸੀਬਲ। ਤੇ ਫਿਰ ਪ੍ਰੇਮੀਓ, ਜੇ ਮੋਟਰ ਚਲਾਈ ਹੋਵੇ ਤੇ ਇੱਕ ਦੂਜੇ ਨੂੰ ਪੁੱਛੀਏ, ਟੈਂਕੀ ਨੇ ਓਵਰਫਲੋ ਕੀਤਾ ਹੀ ਨਹੀਂ, ਪਤਾ ਨਹੀਂ ਕੀ ਗੱਲ ਹੈ, ਟੈਂਕੀ ਭਰੀ ਹੋਈ ਨਹੀਂ। ਫਿਰ ਸਿਆਣਾ ਕਹਿੰਦਾ ਤੁਹਾਡੇ ਸਾਰੇ ਬਾਥਰੂਮਾਂ ਦੀਆਂ, ਕਿਚਨ ਦੀਆਂ ਸਾਰੀਆਂ ਟੂਟੀਆਂ ਖੁੱਲੀਆਂ ਨੇ, ਉਹ ਬੰਦ ਕਰੋ ਤੇ ਟੈਂਕੀ ਤੱਕ ਪਾਣੀ ਜਾਏ। ਇਹ ਜਿਨ੍ਹਾਂ ਦੀਆਂ 9 ਟੂਟੀਆਂ ਖੁੱਲੀਆਂ ਰਹਿਣ, ਉਹਨਾਂ ਦੀ 10ਵੀਂ ਤੱਕ ਫਿਰ ਨਹੀਂ ਗੱਲ ਪਹੁੰਚਦੀ। ਇਸ ਲਈ ਇਹ 9 ਘੁੱਟ ਕੇ ਬੰਦ ਕਰਨੀਆਂ ਪੈਂਦੀਆਂ ਨੇ ਪ੍ਰੇਮੀਓ। ਕਹੋ ਕਬੀਰ ਨਵੇਂ ਘਰ ਮੂਸੈ, 10ਵੇਂ ਤੱਤ ਸਮਾਈ। ਜਿਨੇ 9 ਕਾਬੂ ਕਰ ਲਏ, ਫਿਰ ਟੈਂਕੀ 'ਚ ਪਾਣੀ ਚੜ੍ਹਦਾ, ਫਿਰ ਜਿੱਥੋਂ ਖੋਲੇਗਾ ਉੱਥੇ ਆ ਜਾਏਗਾ। ਲੋੜ ਅਨੁਸਾਰ ਖੋਲ ਤੇ ਵਰਤ ਕੇ ਬੰਦ ਕਰ ਦੇ। ਕੱਲ ਸਾਨੂੰ ਸਤਿਗੁਰੂ ਨੇ ਦੱਸਿਆ ਸੀ, 5 ਤੱਤ ਮਿਲ ਇਹ ਤਨ ਕੀਆ। 5 ਤੱਤਾਂ ਦਾ ਤੇ 6ਵੇਂ ਮਨ ਦੇ ਸਹਿਯੋਗ ਨਾਲ ਇਹ ਸਰੀਰ ਬਣਾਇਆ ਸੀ। तो अज सतगुरु बख्शिश करने, अध्यात्म कर्म करे दिन राती। अध्यात्म दे अखरी अर्थ ने साध संगत जी, जीव आत्मा ते परमात्मा नू आपस विच जोड़न वाला जो डूंगा कर्म है, गहरा कर्म है, मैडिटेशन है। अध्यात्म, सिमरन, याद करना उन्होंने। क्योंकि होर जितने भी साधन ने वो थले रह जाते हैं। पाठ पढ़ियो और वेद विचारियो। देखो ये जिहड़ी विचार है, ये मंजिल नहीं है, ये तो साइन बोर्ड है। और कोई व्यक्ति साइन बोर्ड नूं ही मंजिल समझ लवे, कहांगे बड़ा वड्डा अनाड़ी है। असीं इत्थों नियागरा फॉल जाना है तो साइन बोर्ड ते लिखिया होवे नियागरा फॉल इधर है और माइल भी लिखे होण, और असीं गड्डी साइड ते लगा के वो पिलर नाल जिहदे नाल वो टंगिया उहनूं कच्ची लस्सी नाल धोण लग पईए, मत्था टेन लग पई, नियागरा थोड़ा पहुंच जाएंगे। वो तो साइन बोर्ड है, मार्गदर्शन कर रहा है। हुण इंप्लीमेंट करना पएगा। ये जिहड़ी विचार है ये बहुत अच्छी गल है, बड़ा शलाघायोग उद्यम है, पर हार्ट ना होयो मेरी बेनती सुन के। ये मंजिल नहीं है, ये सिर्फ मंजिल दीयां गल्लां ने, डिस्कस है। नदी दे विचों दी लंघदे सां, कपड़े भेज जांदे सन, कई हड़ गए सन, बड़ा तकलीफ सी। हुकूमत ने पुल बना दिता और बड़ा सुंदर पुल। तो बंदा मंजा डाह के बह जाए, यार पुल किड्डा वधिया है, पुल किड्डा भलिया पुल वधिया है, पर पुल घर बनाने वास्ते थोड़ा हुंदा है। एक बार पुल दे उत्ते चढ़ना है, उदों तेरा उहदे अल मूँह है, एक स्टेज ते जाके तू लंघ जाना, उदों पुल वाल तेरी पिठ हो जानी है, बस गल खत्म। पुलों के उत्ते घर बना के नहीं रहीदा, पुल लंघ जाने वास्ते हुंदे ने। पुल मंजिल नहीं हुंदे, साइन बोर्ड मंजिल नहीं हुंदे, माइल पत्थर भी मंजिल नहीं हुंदे। मंजिल कोई होर है। पाठ पढ़ियो और वेद विचारियो, उन्होंने एक्सप्लेन भी किया, उन्हों की विचार की बड़ी निठ के, जी तुसी बड़ी सोहनी विचार करते हो, चंगी गल है। विचार करने वाला भी उत्थे खड़ा है, विचार सुनने वाला भी उत्थे खड़ा है।
क्योंकि विचार नूं ही मंजिल समझ लिया। विचार मंजिल नहीं है, विचार ते पड़ाव ही नहीं है। विचार सिर्फ मार्गदर्शन है, विचार सिर्फ जीपीएस है। और घर विच 10 जीपीएस लिया के रख लीए, घरों निकलीए ना तो मंजिल थोड़ा मिलती है। जीपीएस तो एक ही काफ़ी है, उन्होंने ऑपरेट करना आ जाए, फॉलो करना आ जाए। पाठ पढ़ियो और वेद विचारियो निवल भुअंगम साधे। न्यौली कर्म वो ना संगत जी तुसी बिलीव नहीं करोगे, मूँह राही ना सारियां आंतां बाहर कढ लैंदे ने, अपने हत्थां नाल वाश करदे नहीं तां, और फिर वापस पा लैंदे ने। हुण सेहतमंद होण दे पक्षों ये गल माड़ी नहीं, पर सिखिज्म कहंदा ऐसा करन नाल भी प्रभु प्राप्ति का कोई सरोकार नहीं है। ਇਹਦੇ ਨਾਲ प्रभु प्राप्ति का सरोकार। हाँ एक गल ठीक है भी ਜਿਹੜੇ शरीर नाल तू नाम जपना है उस शरीर नूं तू ठीक कर रहा है, पर वो बिना न्यौली कर्म दे भी हो सकता है। बहुत सारे पदार्थ ने उन्हों का सेवन करने नाल वो सारा अंदरों वाश कर देंगे ने। इन्ने स्यापे नूं क्यों फड़े रहना। कलगियां वाले पातशाह श्री आनंदपुर साहब सतलुज के किनारे ते खड़े सन ते कोई सिद्ध पुरुष आया, दिखाना चाहता सी मेरे को बड़ियां करामातां ने। ते महाराज नूं कहन लगा भी महाराज आ देख रहे हो सतलुज। महाराज कहने लगे देख रहे हैं। महाराज तुहाडी किरपा नाल मैं पानी दे उत्ते तुर के पार जा सकना, तुहानूं दिखावां। महाराज कहने लगे दिखा दे। कथा कहती है तुर के पानी दे उत्ते पार हो गया। कलगियां वाले हस पे, मलाह नूं आवाज मारी, मलाह बेड़ी लै आया। हजूर उहदे बेड़ी ते चढ़ गए, कहन लगे उस सिद्ध पुरुष कोल पार लै चल सानूं। पार लै गए। उस जोगी दे कोल खलो के हजूर ने खीसे च हथ पा के एक टका कढ़िया ते मलाह नूं दे दिता। ते महाराज जोगी नूं कहन लगे जोगी किन्ने साल च सिद्धि हासिल की? कहन लगा 12 साल च। हजूर कहन लगे एक टके का काम है। किहड़े स्यापे नूं फड़िया तू? जिहड़ा काम तू 12 साल वेस्ट करके कीता है मैं एक टके नाल कर लिया। इसलिए सिखिज्म ने सानू इन्हां चीज़ों तो अवॉइड किया, विवर्जित किया। ये नहीं इन्हां चक्रां च नहीं पैना। इसदा मतलब ये नहीं भी है नहीं, पर इन्हां चक्रां सिख ने पैना नहीं गा, लाभ कोई नहीं गा। लोगों को प्रभावित करना है। मेरे को करामातां ने इतिहास। पाठ पढ़ियो और वेद विचारियो निवल भुअंगम साधे, पंच जना स्यों संग न छुटकियो। अधिक अहम बुद्ध बांधे, जिन्हों असी ज्यादा या मैक्स कहने ना, हिंदी च उन्होंने अधिक कहते हैं। वैसे वो तो अधिक कहते हैं, अधिक ऐदा। ये पाठ भी पढ़िया, विचार भी कीती, न्यौली कर्म भी कीते, और जिस ईगो तो अहंकार तो खैड़ा छड़ाना सी, उल्टी वो ईगो होर ज़्यादा होगी। मैं पाठ बहुत करना, मैं विचार बहुत करना, मैं न्यौली कर्म बड़े कर लेना। साध संगत एक खंडे की धार ते तुरन वाला मार्ग है। चंगा काम कर रहे हैं और फिर अवेयर रहना भी किते ईगो ना आ जाए, लेस मात्र भी ना आ जाए। जे आ गई तो सब फिनिश। इस तरह अवेयर रहना है। प्यारे इन बिद मिलन ना जाई, मैं किए कर्म अनेका, हार परयो स्वामी के द्वारे दीजै बुद्ध विवेका। मैं थक के मालिक नूं बेनती कीती, मैनू विवेक बुद्ध बख्शिश करो। विवेक बुद्ध। मौन भयो करपाती, रहियो नगन फिरियो बन माही। मौन भी धारण करके वेख्या। कर हथ पाती पात्र, एक फिरका साडे उत्थे, वो हत्थां ते भोजन छकदे ने, बर्तन नहीं लेंदे, क्रॉकरी यूज नहीं करते। वो कहंदे ने इहदे नाल प्रभु प्राप्ति हुंदी है। हुण तुसीं वेखो भी तुसीं खेचल करके खीर बनाई है, विच ड्राई फ्रूट भी पाया है, तो वो कहे पा मेरे हत्थां ते।
ਇਹ ਜੀ ਪ੍ਰਭੂ ਪ੍ਰਾਪਤੀ ਦਾ ਸਾਧਨ ਹੈ। ਸਿੱਖੀਜ਼ਮ ਨੇ ਕਿਹਾ ਨਹੀਂ, ਕੰਡੈਮ ਕਰ ਦਿੱਤਾ, ਇਹਦੀ ਕੋਈ ਜ਼ਰੂਰਤ ਨਹੀਂ। ਸੋਹਣੇ ਬਰਤਨ 'ਚ ਪਾ, ਵਿੱਚ ਚਮਚ ਰੱਖ, ਕੋਲ ਟਾਵਲ ਰੱਖ, ਜਾਂ ਤੂੰ ਕੋਈ ਪੇਪਰ ਰੱਖ ਮੂੰਹ ਪੂੰਝਣ ਲਈ, ਹੱਥ ਹਰਜ ਕੀ ਹੈ? ਇਹਦੇ ਨਾਲ ਪ੍ਰਮਾਤਮਾ ਕਿਵੇਂ ਨਾਰਾਜ਼ ਹੋ ਜਾਏਗਾ? ਮੌਨ ਧਾਰਨ ਕਰ ਲਿਆ, ਭਇਓ ਕਰਪਾਤੀ, ਹੱਥਾਂ ਤੇ ਰੱਖ ਕੇ ਭੋਜਨ ਛਕਣ ਲੱਗ ਪਿਆ, ਰਹਿਓ ਨਗਨ, ਨੰਗਾ ਜੰਗਲਾਂ ਵਿੱਚ ਵਿਚਰਨ ਲੱਗ ਪਿਆ, ਫਿਰਿਓ ਬਨ ਮਾਹੀ, ਤਟ ਤੀਰਥ ਇਹ ਧਰਤੀ ਭਰਮਿਓ, ਪਰ ਦੁਬਦਾ ਛੁਟਕੇ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ, ਇਹ ਬਿਦ ਜੇ ਲੱਖ ਕਰਮ ਕਰਾਏ। ਫਿਰ ਬੇਅੰਤ ਕਰਮ ਕਾਂਡਾਂ ਦਾ ਪੰਜਵੇਂ ਪਾਤਸ਼ਾਹ ਜ਼ਿਕਰ ਕਰਦੇ ਜਾਂਦੇ ਨੇ, ਕਰਦੇ ਤੁਰਦੇ ਜਾਂਦੇ ਨੇ। ਹੁਣ ਮੈਨੂੰ ਵਕਤ ਇਜਾਜ਼ਤ ਨਹੀਂ ਇੰਨੀ ਦਿੰਦਾ। ਫਿਰ ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਗੱਲ ਕਿਵੇਂ ਬਣੇਗੀ ਇਹ ਵੀ ਤੇ ਦੱਸੋ ਨਾ। ਤਾਂ ਫਿਰ ਹਜ਼ੂਰ ਤਰਸ ਕਰਕੇ ਕਹਿੰਦੇ ਨੇ, ਹਰ ਕੀਰਤ, ਹਰੀ ਦੀ ਕੀਰਤੀ, ਅਧਿਆਤਮ ਕਰਮ ਕਰੇ, ਜੀਵ ਆਤਮਾ ਤੇ ਪਰਮਾਤਮਾ ਨੂੰ ਜੋੜਨ ਵਾਲਾ ਕਰਮ। ਹਰ ਕੀਰਤ ਸਾਧ ਸੰਗਤ ਹੈ, ਹਰੀ ਦੀ ਕੀਰਤੀ ਔਰ ਉਪਰੋਂ ਸੰਗਤ ਵਿੱਚ ਜੁੜ ਕੇ। ਅੱਛਾ, ਕੋਈ ਤਰਕ ਕਰੇ ਵੀ ਸੰਗਤ ਵਿੱਚ ਜੁੜ ਕੇ ਜ਼ਿਆਦੀ ਗੱਲ ਹੋ ਜਾਂਦੀ ਹੈ, ਇਕੱਲਿਆਂ ਬੈਠ ਕੇ ਕਿਉਂ ਨਹੀਂ? ਇਕੱਲੇ ਬੈਠ ਕੇ ਵੀ ਗੱਲ ਬਣਦੀ ਹੈ, ਜਪਣਾ ਚਾਹੀਦਾ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਹੋਰ ਵੀ ਬਹੁਤ ਬਚਨ ਨੇ, ਸਤ ਸੰਗਤੀ ਸੰਗ ਹਰ ਧਨ ਖੱਟੀ ਹੈ, ਹੋਰ ਥੈ ਹੋਰਤ ਬਿਦ, ਹੋਰਤ ਉਪਾਏ ਲਿਆ ਨਾ ਜਾਈ। ਅੱਛਾ, ਸੰਗਤ ਦੇ ਵਿੱਚ ਜੁੜ ਕੇ ਜਪਣ ਤੇ ਕਿਉਂ ਜ਼ਿਆਦਾ ਜ਼ੋਰ ਦਿੱਤਾ ਹੈ? ਇੱਕ ਜਮਾਤ ਬਣ ਜਾਂਦੀ ਹੈ ਨਾ। ਅੱਛਾ, ਜਮਾਤ ਦਾ ਕੀ ਲਾਭ ਹੁੰਦਾ ਹੈ? ਪਹਾੜਾਂ ਤੋਂ ਇੱਕ ਬੂੰਦ ਚੱਲ ਪਵੇ ਵੀ ਸਾਗਰ ਤੱਕ ਪਹੁੰਚਣਾ ਹੈ, ਕਿਵੇਂ ਪਹੁੰਚੇਗੀ? ਜ਼ਮੀਨ ਉਹਨੂੰ ਪੀ ਜਾਏਗੀ, ਖੁਸ਼ਕ ਹਵਾ ਚੱਟ ਜਾਏਗੀ, ਚਟਾਨਾਂ ਰੋਕ ਲੈਣਗੀਆਂ। ਪਰ ਜੇ ਅਰਬਾਂ ਖਰਬਾਂ ਬੂੰਦਾਂ ਇਕੱਠੀਆਂ ਹੋ ਕੇ ਚੱਲ ਪੈਣ, ਫਿਰ ਉਹਨਾਂ ਨੂੰ ਕੌਣ ਰੋਕੇਗਾ? ਇਸ ਲਈ ਜਮਾਤ ਕਰਾਮਾਤ ਹੈ। ਜਮਾਤ ਵਿੱਚ ਜੁੜ ਕੇ ਜਿਆਦੀ ਬਾਤ ਬਣਦੀ ਹੈ। ਆਹ ਹਜੂਮੇ ਖੁਸ਼ ਕੇ ਬਹਿਰੇ ਜ਼ਿੰਦਗੀ, ਆਹ ਹਜੂਮੇ ਖੁਸ਼ ਕੇ ਬਹਿਰੇ ਬੰਦਗੀ, ਗੋਇਆ ਆਨੰਦ ਲਾ। ਉਹ ਹਜ਼ੂਮ ਚੰਗਾ ਹੈ ਜਿਹੜਾ ਭਗਤੀ ਕਰਦਾ ਹੈ, ਉਹ ਹਜ਼ੂਮ ਚੰਗਾ ਜਿੱਥੇ ਰੱਬ ਰੱਬ ਜਪਿਆ ਜਾਂਦਾ। ਭਗਵਤ ਭੀਰ, ਰੱਬ ਰੱਬ ਜਪਣ ਵਾਲਿਆਂ ਦੀ ਭੀੜ, ਇਕੱਠ। ਸ਼ਕਤ ਸਿਮਰਨ ਕੀ, ਕੱਟੀ ਕਾਲ ਪੈ ਫਾਂਸੀ, ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਬਨਾਸ਼ੀ। ਅਧਿਆਤਮ ਕਰਮ ਕਰੇ ਦਿਨ ਰਾਤੀ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਜਿਤਨੇ ਵੀ ਧਾਰਮਿਕ ਕਰਮ ਨੇ ਪ੍ਰੇਮੀਓ, ਉਹਨਾਂ 'ਚ ਸਭ ਤੋਂ ਸ਼੍ਰੋਮਣੀ ਕਰਮ ਹੈ ਸੰਗਤ ਵਿੱਚ ਜੁੜ ਕੇ ਪ੍ਰਭੂ ਨੂੰ ਯਾਦ ਕਰਨਾ। ਇਹ ਸਿੱਖੀਜ਼ਮ ਦਾ ਵਿਸ਼ਵਾਸ ਹੈ। ਇਹਦੋਂ ਉੱਪਰ ਹੋਰ ਕੋਈ ਕੰਮ ਨਹੀਂਗਾ, ਇਸ ਦੇ ਉੱਪਰ ਨਹੀਂ ਵਿਚਾਰ। ਪਰ ਨਾਲੇ ਵੀ ਕਹਿੰਦੇ ਨੇ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਭਾਗਾਂ ਨਾਲੇ ਸੰਗਤ ਪ੍ਰਾਪਤ ਹੁੰਦੀ ਹੈ। ਔਰ ਫਿਰ ਗੁਰੂ ਕਿਰਪਾ ਕਰੇ ਕਿਤੇ ਸੰਗਤ ਵਿੱਚ ਆ ਕੇ ਸੁਰਤ ਵੀ ਇੱਥੇ ਟਿਕ ਜਾਏ। ਹੁੰਦਾ ਨਾ ਕਈ ਵਾਰਾਂ ਵੀ ਆਪਾਂ ਬੈਠੇ ਹੁੰਨੇ ਆ, ਸੁਰਤ ਜਿਹੜੀ ਹੈ ਹੋਰ ਕਿਤੇ ਚਲੀ ਜਾਂਦੀ ਹੈ। ਬੇਟੀ ਵਿੱਚ ਚਲੀ ਗਈ, ਬੇਟੇ ਵਿੱਚ ਚਲੀ ਗਈ, ਘਰ ਚਲੀ ਗਈ, ਕਾਰੋਬਾਰ ਚਲੀ ਗਈ। ਸੁਭਾਵਕ ਹੈ, ਇਨਸਾਨ ਆ ਅਸੀਂ। ਪਰ ਜੇ ਕਿਤੇ ਸਰੀਰ ਦੇ ਨਾਲ ਨਾਲ ਸੁਰਤ ਵੀ ਟਿਕ ਜਾਏ, ਫਿਰ ਕੀ ਬਾਤ ਹੈ। ਅਧਿਆਤਮ ਕਰਮ ਕਰੇ ਦਿਨ ਰਾਤੀ। ਫਿਰ ਉਹ ਕੀ ਕਰਦਾ ਹੈ? ਜੀਵ ਆਤਮਾ ਤੇ ਪ੍ਰਮਾਤਮਾ ਦੇ ਜੋੜ ਦਾ ਕਰਮ ਮੈਡੀਟੇਸ਼ਨ ਵਿੱਚ ਲੱਗ ਜਾਂਦਾ ਹੈ। ਇਹ ਅਧਿਆਤਮ ਕਰਮ ਹੈ। ਤੁਸੀਂ ਦੇਖੋ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ। ਨਿਰਮਲ ਜੋਤ ਨਿਰੰਤਰ ਜਾਤੀ। ਫਿਰ ਉਹਦੇ 'ਚ ਤਬਦੀਲੀ ਕੀ ਆਉਂਦੀ ਹੈ? ਮੋਟੀਵੇਸ਼ਨ ਕੀ ਹੈ? ਉਹ ਵਾਹਿਗੁਰੂ ਦੀ ਮੈਲ ਰਹਿਤ ਜੋਤ ਨੂੰ ਹਰ ਜਗ੍ਹਾ ਤੇ ਦੇਖਦਾ ਹੈ। ਇਹਦੇ ਵਿੱਚ ਵੀ ਉਹਦੀ ਜੋਤ ਹੈ, ਇਹਦੇ ਵਿੱਚ ਵੀ ਉਹਦੀ ਜੋਤ ਹੈ, ਉਹਦੇ ਵਿੱਚ ਵੀ ਉਹਦੀ ਜੋਤ ਹੈ, ਉਹਦੇ ਵਿੱਚ ਵੀ ਉਹਦੀ ਜੋਤ ਹੈ। ਫਿਰ ਉਹਦੇ ਮੂੰਹ ਚੋਂ ਨਿਕਲਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਾਰੇ ਤੇ ਰੱਬ ਬੈਠੇ ਨੇ ਮੇਰੇ ਸਾਹਮਣੇ। ਮੈਂ ਕਿਹਦੇ ਨਾਲ ਨਫ਼ਰਤ ਕਰਾਂ? ਕਿਹਨੂੰ ਪਰਾਇਆ ਆਖਾਂ, ਕਿਹਨੂੰ ਦੁਸ਼ਮਣ ਆਖਾਂ, ਕਿਹਨੂੰ ਚੰਗਾ ਆਖਾਂ, ਕਿਹਨੂੰ ਮੰਦਾ ਆਖਾਂ, ਕਿਹਨੂੰ ਆਪਣਾ ਆਖਾਂ ਤੇ ਕਿਹਨੂੰ ਪਰਾਇਆ ਆਖਾਂ?
ਕਿਹਨੂੰ ਦੋਸਤ ਕਵਾਂ ਤੇ ਕਿਹਨੂੰ ਦੁਸ਼ਮਣ ਕਵਾਂ, ਸਾਰਿਆਂ ਵਿੱਚ ਤੇ ਤੂੰ ਬੈਠਾ। ਇਹ ਮੋਟੀਵੇਸ਼ਨ ਆਉਂਦਾ ਫਿਰ। ਉਹ ਸਿਰਫ ਗੱਲਾਂ ਨਾਲ ਨਹੀਂ ਖਿਮਾ ਕਰਨਾ, ਆਸਾਨ ਨਹੀਂ ਪਰ ਨਾਮੁਮਕਿਨ ਵੀ ਨਹੀਂ। ਕੋਸ਼ਿਸ਼ ਨਾਲ ਹੋ ਸਕਦਾ। ਅਸੀਂ ਸਾਰਿਆਂ ਨੂੰ ਪਿਆਰ ਕਰਨ ਲੱਗ ਪਈਏ। ਨਿਰਮਲ ਜੋਤ ਨਿਰੰਤਰ, ਨਿਰਅੰਤਰ, ਨਿਰ ਜਮਾ ਅੰਤਰ, ਅੰਤਰ ਤੋਂ ਨਿਰ, ਕੰਟੀਨਿਊ, ਰੈਗੂਲਰ। ਇਹਦੇ ਲਈ ਨਾ ਗੁਰਬਾਣੀ 'ਚ ਇੱਕ ਸ਼ਬਦ ਆਉਂਦਾ ਹੈ ਕਾਰ, ਕੱਕੇ ਨੂੰ ਕੰਨਾ ਰਾਰਾ, ਕਾਰ। ਜਿਵੇਂ ਓਅੰਕਾਰ, ਨਿਰਤਕਾਰ, ਝਣਤਕਾਰ। ਪਤਾ ਕਿਹਨੂੰ ਕਹਿੰਦੇ ਨਿਰਤਕਾਰ? ਨਿਰਤਕਾਰ ਲਗਾਤਾਰ ਨਿਰਤ ਕਰੀ ਜਾਣਾ, ਕਰੀ ਤੁਰੇ ਜਾਣਾ, ਕਰੀ ਤੁਰੇ ਜਾਣਾ, ਕਰੀ ਤੁਰੇ ਜਾਣਾ, ਕਰੀ ਤੁਰੇ ਜਾਣਾ, ਥੱਕਣਾ ਹੀ ਨਾ। ਰੱਬ ਨੂੰ ਵੀ ਇਸ ਲਈ ਇੱਕ ਓਅੰਕਾਰ ਕਿਹਾ ਕਿਉਂਕਿ ਉਹ ਲਗਾਤਾਰ ਹੈ। ਉਹ ਟੁਕੜਿਆਂ ਵਿੱਚ ਨਹੀਂ ਵੀ ਹੁਣ ਜਨਮ ਹੋਇਆ ਫਿਰ ਡੈਥ ਹੋ ਗਈ, ਫਿਰ ਦੂਜਾ ਜਨਮ ਹੋਵੇਗਾ, ਫਿਰ ਡੈਥ ਹੋਵੇਗੀ, ਫਿਰ ਨਾ। ਉਹ ਓਅੰਕਾਰ ਹੈ, ਉਹ ਲਗਾਤਾਰ ਹੈ। ਅਧਿਆਤਮ ਕਰਮ ਕਰੇ ਦਿਨ ਰਾਤੀ, ਨਿਰਮਲ ਜੋਤ ਨਿਰੰਤਰ ਜਾਤੀ। ਉਹਨੂੰ ਸਾਰਿਆਂ 'ਚ ਨਿਰਮਲ ਜੋਤ ਦੇ ਦੀਦਾਰ ਹੁੰਦੇ ਨੇ। ਸ਼ਬਦ ਰਸਾਲ ਰਸਨ ਰਸ ਰਸਨਾ। ਸਾਧ ਸੰਗਤ ਜੀ, ਰਸਾਲ ਦੇ ਅਰਥ ਨੇ ਰਸ ਜਮਾ ਆਲ, ਰਸ ਜਮਾ ਆਲਿਆ, ਰਸ ਦਾ ਘਰ। ਜਿਤਨੇ ਕੁ ਸਰੀਰ ਬੈਠੇ ਹੋ ਸੁਰ ਤੇ ਜ਼ੋਰ ਦੇ ਕੇ ਬੇਨਤੀ ਸੁਣਿਓ। ਰਸ ਦਾ ਘਰ ਕਿਹਨੂੰ ਕਿਹਾ ਹੈ? ਸ਼ਬਦ ਨੂੰ। ਸ਼ਬਦ ਰਸਾਲ, ਗੁਰੂ ਦਾ ਸ਼ਬਦ ਰਸ ਦਾ ਘਰ ਹੈ। ਜੇ ਜਾਚ ਆ ਜਾਏ ਤੇ ਇਹਦੇ ਵਿੱਚੋਂ ਰਸ ਆਉਂਦਾ ਹੈ, ਨਾ ਆਵੇ ਤੇ ਨਹੀਂ ਆਉਂਦਾ। ਕਬੀਰ ਸਾਹਿਬ ਨੂੰ ਆਇਆ, ਉਹ ਕਹਿਣ ਲੱਗੇ ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਮੈਂ ਵਾਹਿਗੁਰੂ ਦੇ ਨਾਮ ਦੇ ਪਿਆਲੇ ਭਰ ਭਰ ਕੇ ਪੀ ਰਿਹਾ। ਕਹਿਣ ਲੱਗੇ ਅਸੀਂ ਤੇ ਕਦੀ ਵੇਖਿਆ ਹੀ ਨਹੀਂ, ਪਿਆਲਾ ਤੇ ਤੇਰੇ ਹੱਥ 'ਚ ਕਦੀ ਦਿਸਿਆ ਹੀ ਨਹੀਂ। ਉਹ ਕਹਿਣ ਲੱਗੇ ਪਵਨਾਂ ਦਾ ਪਿਆਲਾ ਬਣਾਇਆ ਨਾ, ਪੌਣ ਦਿਸਦੀ ਥੋੜਾ। ਸਾਥ ਸਾਥ ਸਿਮਰੋ ਗੋਬਿੰਦ, ਪਵਨ ਪਿਆਲਾ ਸਾਜਿਆ। और तीन भवन में एको जोगी, कहो कवन है राजा। व्यापक ते रब है और दसो रब तो वड्डा कौन है? भाव कोई भी नहीं। ਉਹਦੇ ਨਾਲ मेरी बात बन गई। शबद रसाल रसन रस रसना, बेन रसाल वजाया। रस दे घर शबद दे विच शबद रसाल रसन रस, वो जिहड़ा रस है उन्हों मैं प्राप्त करना शुरू किया ते रसना नाल बेन रसाल वजाया। बेन कहिंदे बंसरी नूं, मुरली नूं, और फिर मैं वो बंसरी परमात्मा दे नाम दी बंसरी एक संगीतमई धुन दे नाल एक मेरे अंदर हुण अनआहट अनआहत शब्द वज रहा है। ये अवस्था गुरु नानक साहब दी है, मैं तो एक्सप्लेन कर रहा हूँ। बेन रसाल वजाया। अच्छा फिर दसदे ने भी बेन रसाल वजाण लई की रिक्वायरमेंट है? झप दे ही बेन रसाल वजावे सोई, जा की त्रिभवन सोजी हुई। ये जड़ी बेन रसाल है, ये नाम रूपी बंसरी है। ये वो वजा सकता जिन्हों तिन्ना भवनां की सोझी हो जाए। और तिन्ना भवनां की सोझी किनू हुंदी है? तुसीं सुनिया दियां 4 पौड़ियां पढ़ के आए हो। ਉਹਦੇ ਵਿੱਚ महाराज आल पताल ਦੀਆਂ ਗੱਲਾਂ ਕਰਦੇ ਨੇ। ਸੁਣਿਆ सिद्ध पीर सुरनाथ, सुनिया धरत धवल आकाश, सुनिया दीप लो पाताल, सुनिया पो ना सकै काल, नानक भगतां सदा विगास। फांसी दे रस्से नूं चुम्मन लग्या भी अंदर खेड़ा ही हुंदा है, हमेशा विगास बनिया रहिंदा है, हमेशा अंदर आनंद बनिया रहिंदा है।
क्योंकि सुनिया दुख पाप का नाश। सुनिया मीन सुनना। मैं एक दिन अर्ज की सी, फिर बेनती करदे हां, जिहड़ा शरीर दा भोजन है मूँह राही लैना पैंदा है, मूँह राही छकना पैंदा ना, पर जिहड़ा आत्मा दा भोजन है उहनूं कन्नां राही अंदर लिजाना पैंदा है। और कमाल दी गल है, जिहड़ा भोजन है अंदरों ही आउंदा है, अंदर ही वापस चला जाता है। वैगुरू रसना तो क्या है, हुण वैगुरू कहन लग्या पहला वायु जिहड़ी है धुनी तो थोड़ी जी उठदी, इत्थों गल शुरू होंदी है। इहनूं धुन भी तां ही कहिंदे ने, प्रोसैसिंग धुनी तो शुरू होंदी है। धुन तो थोड़ी जी आवाज़ उठी, फिर ਇੱਥੇ आ गई, ਇੱਥੇ परा है, ਇੱਥੇ आके ਉਹਦਾ नाम पसंती हो जाता है। ਇੱਥੇ ਉਹਦੇ ਤੇ शब्द चढ़ के बैठ जाते हैं, बाणी ਉਹਦੇ ਉੱਤੇ सवार हो जाती है। ਇੱਥੇ आके फिर मध्यमा हो जाती है, काफ़ी कुछ क्लीयर हो जाता है, पूरा वाਕਿਆ बन जाता भी किवें ਇਹਨੂੰ बाहर ਕੱਢਣਾ है। और ਇੱਥੇ आके फिर बैखरी वो बखेर दिता जाता, फिर इउं टर्न लैके उन्होंने कन्ना के माध्यम नाल फिर अंदर लैके जाना। शरीर का भोजन बनाने लई बहुत यतन करने पैंदे ने। साडियां 3 किस्म दीयां रिक्वायरमेंट ने, पानी बड़ा जरूरी है, भोजन बड़ा जरूरी है, ऑक्सीजन अत जरूरी है। अच्छा, सब तो जरूरी ऑक्सीजन है, इसलिए उन्हें तरस किया भी कित्थे यब नूं फड़िया फिरेगा, इनू तो मैं व्यापक ही कर देना। इनू प्राप्त करने लई इनू ऑक्सीजन कमानी ना पवे। अच्छा, कमाई हुई चीज़ भी पकड़ के खानी पैंदी है ना। निरंकार कहन लगा इनू पकड़नी भी ना पए, ये बैठ रहा है, उठिया है, सुता है, जागदा है, ऑक्सीजन आटोमैटिक ये नक तक मैं पहुँचती करता रहांगा। ये सब तो वड्डी रिक्वायरमेंट है, पानी ते प्रशादे तो भी ज़्यादा है। फिर नंबर 2 ते आ गया पानी, वो दरिया चला दिते, थोड़ी बहुती खेचल करनी पैंदी है, फ्रिज को जाके गिलास भरना पैंदा। और फिर तीजी रिक्वायरमेंट है साडी प्रशादा, ਉਹਦਾ कोई दरिया नहीं चलता, रोटियां का दालों का कोई दरिया नहीं चलता। आ दुध की नदी चल रही है, जग भर लिया वो, आ दालों का लेक है, इत्थों दाल लै जाओ, वो कमानी पैंदी है। शरीर का भोजन कमान लई बहुत मशक्कत करनी पैंदी है, पकान लई भी मेहनत करनी पैंदी है, खाण लई भी मेहनत करनी पैंदी है। पचाण लई कोई समा नहीं लगता, असी कुछ नहीं करना, साडा मेधा निरंकार ने इस तरह का बनाया भी हुण इहदा काम है, तू निश्चिंत हो जा। पर जिहड़ा आत्मा का भोजन है, इहनूं बनाण लग्गियां बहुती देर नहीं लगती, पचाण लग्गियां देर लगती है। वैगुरू कहना है तो टर्म करके अंदर चला जाना है, पर इनू पचाना पैंदा। जे को खावे जे को पुंचै, पुंचै मैंने पचा लवे। अच्छा, तुसी कहोगे भी कोई वैगुरू वैगुरू जपदा, बाणी पढ़दा, भोजन करदा, इनू पचान च की दिक्कत है? इनू पचान च ये दिक्कत है प्रेमियों कि कदी कदी बाणी पढ़ पढ़ के, नाम जप जप के ना अंदर शक्ति आ जाती है, यकीन जाने जी। उस शक्ति की फिर असी कई बार दुरवरतों करन लग पैंदे हां। बाबा राम राय करामातां दिखाणियां शुरू करतियां, तां बाणीकारां ने कहा भी इनू खाना भी है और प्लस पचाना भी है। इसलिए बेन रसाल वजावै सोई, जागी त्रिभवन सोजी होई। जिन्हों ये भोजन खाना आ जाए, जिन्हों शब्द विच सुरत जोड़न का वल आ जाए, जे वो नहीं आया तो नहीं बात बनेगी। हुण तुसीं बैठदे हो, मैं कई बार आदर विच 4 शब्द कहना वा, तो ये मैं कोई खुशामद थोड़ा करना, ये मैं चापलूसी नहीं करता। यकीन जानो ये बहुत वड्डा जंग जितन वाली गल है, बैठ के सुनना। हर बंदा सुनान वास्ते आतुर है, अंदरों भरिया पिया है। कोई काबू आ जाए तो मन करे पार्किंग च उन्होंने घंटा खड़ा खड़ा के मार दे। सुनना बहुत औखा है, सुनाना उतना टफ नहीं है। मन नूं मार के बैठना,
ਮਨ ਉੱਡੂ ਉੱਡੂ ਕਰਦਾ ਹੈ, ਉਚਾਟ ਵੀ ਹੁੰਦਾ। ਸਾਰੀਆਂ ਕਥਾ ਵਿੱਚ ਗੱਲਾਂ ਦਿਲਚਸਪ ਨਹੀਂ ਹੁੰਦੀਆਂ, ਕਿਤੇ ਕਿਤੇ ਡਰਾਈ ਵੀ ਹੁੰਦੀਆਂ ਨੇ, ਕਈ ਵਾਰ ਟੌਪਿਕ ਹੀ ਇਸ ਤਰ੍ਹਾਂ ਦਾ ਆ ਜਾਂਦਾ, ਪਰ ਫਿਰ ਵੀ ਬੈਠਣਾ, ਮਨ ਮਾਰ ਕੇ ਬੈਠਣਾ, ਰੋਜ਼ ਬੈਠਣਾ, ਨੇਮ ਨਾਲ ਆਉਣਾ, ਇਹ ਨੇਮ ਹੀ ਇੱਕ ਦਿਨ ਪ੍ਰੇਮ ਵਿੱਚ ਰੂਪਾਂਤਰਿਤ ਹੋ ਜਾਂਦਾ ਹੈ। ਔਰ ਜਦੋਂ ਪ੍ਰੇਮ ਵਿੱਚ ਰੂਪਾਂਤਰਿਤ ਹੋ ਜਾਂਦਾ ਹੈ, ਫਿਰ ਹਜ਼ੂਰ ਦੀ ਜ਼ਮਾਨਤ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਤੋ ਇਹ ਅਤਿਅੰਤ ਤੁਹਾਡਾ ਸਾਰਿਆਂ ਦਾ ਸ਼ਲਾਘਾਯੋਗ ਉਦਮ ਹੈ। ਰੌਣਕ ਮੇਲੇ ਵਿੱਚ ਆਉਣਾ, ਸੈਚਰਡੇ ਸੰਡੇ ਨੂੰ ਆਉਣਾ ਚੰਗੀ ਗੱਲ ਹੈ, ਪਰ ਅਸਲ ਜਿਹੜੀ ਅਲੂਣੀ ਸੇਲ ਹੈ ਨਾ, ਉਹ ਹੈ ਮੰਡੇ ਮੋਰਨਿੰਗ ਨੂੰ ਆਉਣਾ। ਮੰਡੇ ਮੋਰਨਿੰਗ ਨੂੰ ਤਾਂ ਬਹੁਤ ਚੜ ਜਾਂਦੇ ਨੇ ਨਾ, ਸੈਚਰਡੇ ਸੰਡੇ ਦੇ ਥੱਕੇ ਹੁੰਦੇ ਨੇ। ਇਹ ਹੈ ਅਸਲ ਪਿਆਰ, ਇਹ ਹੈ ਅਸਲ ਪਿਆਰ, ਯਕੀਨ ਕਰਨਾ। ਇਹ ਹੈ ਗੁਰੂ ਦੀ ਰਹਿਮਤ, ਗੁਰੂ ਦਾ ਤਰਸ। ਰੌਣਕ ਸਾਰਿਆਂ ਨੂੰ ਚੰਗੀ ਲੱਗਦੀ ਹੈ। ਕਈ ਵਾਰ ਬੰਦਾ ਕੀਰਤਨ ਕਥਾ ਸੁਣਨ ਸੈਚਰਡੇ ਸੰਡੇ ਨਹੀਂ ਆਉਂਦਾ, ਹੁਣ ਉਹ ਪੱਬ 'ਚ ਜਾ ਨਹੀਂ ਸਕਦਾ, ਕਲੱਬ 'ਚ ਜਾ ਨਹੀਂ ਸਕਦਾ, ਰੌਣਕ ਚਾਹੀਦੀ, ਚਲੋ ਗੁਰਦੁਆਰੇ ਚੱਲਦੇ ਆ। ਚੰਗੀ ਗੱਲ ਹੈ, ਚੰਗੀ ਜਗ੍ਹਾ ਤੇ ਤੂੰ ਆ ਗਿਆ, ਕਿਉਂਕਿ ਤੂੰ ਫੁੱਲਾਂ ਦੀ ਬਗੀਚੀ ਵਿੱਚ ਆਇਆ। ਭਾਵੇਂ ਤੂੰ ਖੁਸ਼ਬੂ ਨਾ ਲੈਣੀ ਚਾਹ, ਖੁਸ਼ਬੂ ਤਾਂ ਤੈਨੂੰ ਹੁਣ ਮਿਲ ਹੀ ਜਾਣੀ ਹੈ। ਤੂੰ ਬਰਫ਼ ਦੇ ਤੋਦੇ ਤੇ ਆ ਕੇ ਖੜਾ ਹੋ ਗਿਆ, ਠੰਡ ਤੇ ਮਿਲੇਗੀ। ਅੱਗ ਦੇ ਭਾਂਬੜ ਕੋਲ ਖੜਾ ਹੈ ਤੇ ਨਿੱਘ ਮਿਲੇਗਾ ਨਾ, ਚੰਗੀ ਜਗ੍ਹਾ ਤੇ ਆ ਗਿਆ। ਪਰ ਆਹ ਜਿਹੜਾ ਵਰਕਿੰਗ ਡੇ 'ਚ ਹੈ, ਇਹ ਪ੍ਰਤੀਕ ਹੈ ਪਿਆਰ ਦਾ, ਇਹ ਪ੍ਰਤੀਕ ਹੈ ਸਿਰੜ ਦਾ। ਜਾਪ ਸਾਹਿਬ 'ਚ ਇੱਕ ਬਚਨ ਹੈ, ਅਤ ਢੀਠ ਕਰਮੰ। ਇਹ ਜਿਹੜਾ ਕੰਮ ਹੈ ਰੋਜ਼ ਆਉਣਾ, ਅਤ ਢੀਠ ਕਰਮ ਹੈ। ਰੱਬ ਵਾਲੇ ਪਾਸੇ ਵੀ ਢੀਠ ਹੋਣਾ ਪੈਂਦਾ, ਔਰ ਅਤ ਦੇ ਢੀਠ ਹੋ ਕੇ ਕਰਮ ਕਰਨਾ ਹੈ। ਅਨ ਬ੍ਰਣ ਅਨੰਤ ਦਾਤਾ ਮਹੰਤ। ਇਹ ਤੁਹਾਡਾ ਕਰਮ ਅਤ ਢੀਠ ਕਰਮੰਗ ਹੈ, ਸ਼ਲਾਘਾਯੋਗ ਹੈ। ਹੁਣ ਮੈਂ ਤੁਹਾਡੀ ਸੁਰਤ ਫਿਰ ਇਸ ਪਦੇ ਵੱਲ ਦਵਾਵਾਂ, ਬੇਨ ਰਸਾਲ ਵਜਾਵੇ ਸੋਈ। ਇਹ ਰੱਬ ਦੇ ਨਾਮ ਦੀ ਬੰਸਰੀ ਦੀ ਗੱਲ ਹੈ, ਕਿਸੇ ਅਵਤਾਰੀ ਪੁਰਸ਼ ਦੀ ਬੰਸਰੀ ਨਹੀਂ। ਮੈਂ ਤੁਹਾਡਾ 1 ਮਿੰਟ ਜ਼ਾਇਆ ਹੋਵੇਗਾ, ਬੇਨਤੀ ਕਰਦੇ ਹਾਂ। ਹੁਣ ਜਦੋਂ ਬਾਣੀ ਵਿੱਚ ਮਹਾਰਾਜ ਕਹਿੰਦੇ ਨੇ, ਧੰਨ ਧੰਨ ਉਹ ਰਾਮ ਬੇਣ ਬਾਜੈ, ਧੰਨ ਧੰਨ ਉਹ ਰਾਮ ਬੇਣ ਬਾਜੈ, ਮਧੁਰ ਮਧੁਰ ਧੁਨ ਅਨਹਦ ਗਾਜੈ। ਹੁਣ ਤੁਸੀਂ ਵੇਖੋ ਵੀ ਬੰਸਰੀ ਦਾ ਸੰਬੰਧ ਕ੍ਰਿਸ਼ਨ ਨਾਲ ਹੈ, ਰਾਮ ਨਾਲ ਨਹੀਂ। ਇਹੀ ਛੋਟੀਆਂ ਛੋਟੀਆਂ ਗੱਲਾਂ ਗਹਿਨਤਾ ਨਾਲ ਪਕੜਨ ਵਾਲੀਆਂ ਹੁੰਦੀਆਂ ਨਾ, ਜਿੱਥੇ ਸਾਡੇ ਤੋਂ ਮਿਸਟੇਕ ਹੁੰਦੀ ਹੈ। ਕਮਿਊਨਿਟੀ ਵੀ ਕਰ ਜਾਂਦੀ ਹੈ, ਪ੍ਰਚਾਰਕ ਵੀ ਕਰ ਜਾਂਦੇ, ਕਈ ਵਾਰ ਰਾਗੀ ਵੀ ਕਰ ਜਾਂਦੇ। ਬੰਸਰੀ ਕ੍ਰਿਸ਼ਨ ਵਜਾਉਂਦਾ, ਰਾਮ ਨਹੀਂ ਵਜਾਉਂਦਾ। ਉਹ ਤੇ ਕਹਿ ਰਹੇ ਨੇ ਧੰਨ ਧੰਨ ਨੂੰ ਰਾਮ ਬੇਣ ਬਾਜੈ, ਤੇ ਚੱਲਿਆ ਸਮਝਣ ਦੀ ਕੋਸ਼ਿਸ਼ ਕਰ ਵੀ ਉਹਦਾ ਰਾਮ ਕੌਣ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਦੇਖਾ। ਅਸੀਂ ਤੇ ਘਟ ਘਟ ਮੈਂ ਦੇਖਾ ਵਾਲੇ ਰਾਮ ਦੇ ਉਪਾਸਕ ਹਾਂ। ਔਰ ਜਦੋਂ ਭਗਤ ਕਬੀਰ ਸਾਹਿਬ ਧਰੂ ਪ੍ਰਹਿਲਾਦ ਦੀ ਗੱਲ ਕਰਦੇ ਨੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ। ਅੱਛਾ, ਇਹ ਗੱਲ ਹੈ ਸਤਯੁਗ ਦੀ। ਰਾਮਚੰਦਰ ਹੁੰਦਾ ਤ੍ਰੇਤੇ ਵਿੱਚ, ਤੇ ਫਿਰ ਧਰੂ ਪ੍ਰਹਿਲਾਦ ਕਿਹੜੇ ਰਾਮ ਨੂੰ ਜਪਦਾ ਸੀ ਜੀ? ਇਹ ਦਸ਼ਰਥ ਦਾ ਮੁੰਡਾ ਤੇ ਉਦੋਂ ਪੈਦਾ ਹੀ ਨਹੀਂ ਸੀ ਹੋਇਆ। ਤਾਂ ਥੋੜੀ ਸਮਝਣ ਵਾਲੀ ਗੱਲ ਹੈ ਨਾ ਕਮਿਊਨਿਟੀ ਦੇ ਵਾਰਸੋ। ਸਾਡਾ ਰਾਮ ਹੈ ਜਿਹੜਾ ਰਮਿਆ ਹੋਇਆ ਹੈ, ਦਸ਼ਰਥ ਦਾ ਮੁੰਡਾ ਰਾਮ ਨਹੀਂ। ਦਸ਼ਰਥ ਦੇ ਮੁੰਡੇ ਨਾਲ ਸਾਨੂੰ ਕੋਈ ਨਫ਼ਰਤ ਨਹੀਂ, ਕੋਈ ਵਿਰੋਧ ਨਹੀਂ, ਪਰ ਅਸੀਂ ਦਸ਼ਰਥ ਦੇ ਮੁੰਡੇ ਦੇ ਉਪਾਸਕ ਨਹੀਂ ਆ। ਅਸੀਂ ਦਵਾਰਕਾ ਨਾਥ ਵਾਸੂਦੇਵ ਕ੍ਰਿਸ਼ਨ ਦੇ ਉਪਾਸਕ ਵੀ ਨਹੀਂ ਆ। ਸਾਡਾ ਉਹਦੇ ਨਾਲ ਕੋਈ ਵਿਰੋਧ ਵੀ ਨਹੀਂ ਹੈ, ਕੋਈ ਈਰਖਾ ਵੀ ਨਹੀਂ ਹੈ। ਪਰ ਸਾਡਾ ਸਿਧਾਂਤ ਹੈ, ਏਕੋ ਹੈ ਭਾਈ ਏਕੋ ਹੈ। ਆਖੋ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਰੇ ਕਿਰਪਾ ਕਰੋ ਜੀ। ਵੇਖੋ, ਜਦੋਂ ਜਦੋਂ ਬਿਧ ਬਣੇ ਨਾ ਗੁਰਮੁਖੋ, ਉਦੋਂ ਜ਼ਰੂਰ ਰਸਨਾ ਪਵਿੱਤਰ ਕਰਿਆ ਕਰੋ। ਹਜ਼ਰਤ ਸਤਿਗੁਰੂ ਗੁਰੂ ਅਮਰਦਾਸ ਕਿਵੇਂ ਪਿਆਰ ਨਾਲ ਆਵਾਜ਼ ਮਾਰ ਕੇ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ। ਮਹਾਰਾਜ ਜੀ ਦੱਸੋ,
ਤੇ ਹਜ਼ੂਰ ਕਿੱਡੇ ਪਿਆਰ ਨਾਲ ਪਿੱਠ ਤੇ ਹੱਥ ਰੱਖ ਕੇ ਕਹਿੰਦੇ ਨੇ ਗਾਵੋ ਸੱਚੀ ਬਾਣੀ। ਗਾਵਿਆ ਕਰੋ, ਸੰਗਦੇ ਕਿਉਂ ਜੇ ਬਈ, ਝੱਕਿਆ ਨਾ ਕਰੋ, ਇਹ ਤੁਹਾਡੇ ਅਕਾਊਂਟ ਵਿੱਚ ਜਮ੍ਹਾਂ ਹੋ ਜਾਏਗੀ। ਇਸ ਲਈ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਏਕੋ ਹੈ। ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਨਾਨਕ ਬੂਝੋ ਇਹ ਬਿਦ ਗੁਰਮਤਿ, ਹਰ ਨਾਮ ਰਾਮ ਨਾਮ ਲਿਵ ਲਾਇਆ। ਭਾਈ ਇਸ ਪ੍ਰਕਾਰ ਗੁਰੂ ਦੀ ਮੱਤ ਨੂੰ ਬੁੱਝੋ, ਗੁਰੂ ਦੀ ਮੱਤ ਦੇ ਧਾਰਨੀ ਬਣੋ, ਕਿਉਂਕਿ ਗੁਰੂ ਦੀ ਮੱਤ ਦੇ ਧਾਰਨੀ ਬਣ ਕੇ ਹੀ ਹਰੀ ਰਾਮ ਨਾਮ ਦੇ ਵਿੱਚ ਜਗਿਆਸੂ ਦੀ ਲਿਵ ਲੱਗਦੀ ਏ, ਤੇ ਫਿਰ ਉਹਨੂੰ ਸਮਝ ਆਉਂਦੀ ਏ ਕਿ ਰਾਮ ਬੇਣ ਕੀ ਹੈ ਔਰ ਉਹ ਕਿਸ ਤਰ੍ਹਾਂ ਵੱਜਦੀ ਹੈ, ਉਹ ਅਨਹਦ ਨਾਦ ਕਿਸ ਤਰ੍ਹਾਂ ਖੜਕਦਾ ਹੈ ਅੰਦਰ। ਤੋ ਸਾਧ ਸੰਗਤ ਜੀ, ਗੁਰਮਤਿ ਵਿਚਾਰਾਂ ਲਈ ਜੋ ਸਮਾਂ ਨਿਸ਼ਚਿਤ ਕੀਤਾ ਗਿਆ ਉਹ ਸਮਾਪਤ ਹੈ, ਲਿਹਾਜ਼ਾ ਗੁਰਮਤਿ ਵਿਚਾਰਾਂ ਨੂੰ ਮੈਂ ਇੱਥੇ ਸੰਕੋਚਨ ਦੀ ਆਗਿਆ ਚਾਹਾਂਗਾ। ਬੇਨਤੀਆਂ ਵਿਚਾਰਾਂ ਕਰਦਿਆਂ ਜੋ ਤਰੁੱਟੀਆਂ ਅਕਸਰ ਰਹਿ ਜਾਂਦੀਆਂ ਨੇ, ਪ੍ਰੇਮੀਓ ਗਲਤੀਆਂ ਹੋ ਜਾਂਦੀਆਂ ਨੇ, ਖਿਮਾ ਕਰਨਾ। ਸੋ ਹੁਣ ਅਸਥਾਨ ਦੀ ਮਰਿਆਦਾ ਅਨੁਸਾਰ ਆਨੰਦ ਸਾਹਿਬ ਦਾ ਜਾਪ ਸਿੰਘ ਸਾਹਿਬ ਜੀ ਸੱਜ ਗਏ ਨੇ। ਸੋ ਗੁਰੂ ਸਵਾਰਿਆਂ ਤੋਂ ਆਨੰਦ ਸਾਹਿਬ ਦੇ ਪਾਠ ਸਰਵਣ ਕਰੀਏ। ਗੁਰੂ ਫਤਿਹ ਦੀ ਸਾਂਝ ਨਾਲ ਚੌਂਕੀਦਾਰ ਨੂੰ ਵੀ ਆਗਿਆ ਦਿਓ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।